ਮੇਰਾ ਬੇਟਾ ਵਿਆਹ ਹੀ ਨਹੀਂ ਕਰਨਾ ਚਾਹੁੰਦਾ ਸੀ। ਕਹਿੰਦਾ ਸੀ ਜਦੋਂ ਵਿਆਹ ਕਰਾਂਗਾ ਤਾਂ ਗੂੰਗੀ ਲੜਕੀ ਨਾਲ ਕਰਾਂਗਾ। ਬਹੁਤ ਹੀ ਮੁਸ਼ਕਿਲ ਨਾਲ ਇੱਕ ਗੂੰਗੀ ਲੜਕੀ ਮਿਲੀ। ਮੈਂ ਛੇਤੀ ਆਪਣੇ ਬੇਟੇ ਦਾ ਵਿਆਹ ਉਸ ਲੜਕੀ ਨਾਲ ਕਰਵਾ ਦਿੱਤਾ। ਪਰ ਰਾਤ ਹੁੰਦੇ ਹੀ ਮੇਰਾ ਬੇਟਾ ਤੇ ਬਹੂ ਛੱਤ 'ਤੇ ਸੌਣ ਚਲੇ ਜਾਂਦੇ। ਕਹਿੰਦੇ ਕਿ ਹੇਠਾਂ ਬਹੁਤ ਗਰਮੀ ਹੈ। ਪਰ ਜਦੋਂ ਸਵੇਰੇ ਬਹੂ ਹੇਠਾਂ ਆਉਂਦੀ ਤਾਂ ਬਹੁਤ ਥੱਕੀ ਲੱਗਦੀ ਤੇ ਮੈਨੂੰ ਇਸ਼ਾਰੇ ਨਾਲ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਮੇਰਾ ਬੇਟਾ ਉਸ ਨੂੰ ਝਿੜਕ ਕੇ ਅੰਦਰ ਲੈ ਜਾਂਦਾ। ਹੁਣ ਮੈਨੂੰ ਸ਼ੱਕ ਹੋਣ ਲੱਗਿਆ ਸੀ ਕਿਉਂਕਿ ਬਹੂ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਇੱਕ ਰਾਤ ਮੈਂ ਇਸ ਰਾਜ਼ ਦਾ ਪਤਾ ਲਾਉਣ ਲਈ ਛੱਤ 'ਤੇ ਲੁੱਕ ਕੇ ਬੈਠ ਗਈ। ਕੁਝ ਦੇਰ ਬਾਅਦ ਜਦੋਂ ਬਹੂ ਤੇ ਬੇਟੇ ਨੂੰ ਦੇਖਿਆ ਤਾਂ ਮੇਰੀ ਜਾਨ ਹੀ ਨਿਕਲ ਗਈ ਕਿਉਂਕਿ ਮੈਂ ਤਾਂ ਆਪਣੇ ਬੇਟੇ ਦੀ ਸ਼ਰਤ ਤੋਂ ਤੰਗ ਆ ਚੁੱਕੀ ਸੀ। ਮੈਂ ਜਦੋਂ ਵੀ ਉਸ ਨੂੰ ਕਹਿੰਦੀ ਕਿ ਮੈਂ ਤੇਰੇ ਲਈ ਇੱਕ ਬਹੁਤ ਹੀ ਸੋਹਣੀ ਲੜਕੀ ਪਸੰਦ ਕੀਤੀ ਹੈ ਤਾਂ ਮੇਰੀ ਗੱਲ ਸੁਣ ਕੇ ਮੇਰਾ ਬੇਟਾ ਕਹਿੰਦਾ ਕਿ ਮਾਂ ਮੈਂ ਸੋਹਣੀ ਲੜਕੀ ਨਹੀਂ ਇੱਕ ਗੂੰਗੀ ਲੜਕੀ ਨਾਲ ਵਿਆਹ ਕਰਨਾ ਹੈ। ਪਹਿਲਾਂ ਤਾਂ ਲੱਗਿਆ ਕਿ ਸ਼ਾਇਦ ਮੇਰਾ ਬੇਟਾ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ, ਇਸ ਲਈ ਮੈਂ ਉਸ ਦੀ ਗੱਲ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਲੜਕੀਆਂ ਪਸੰਦ ਕਰਦੀ ਰਹੀ। ਮੈਂ ਇੱਕ ਸੋਹਣੀ ਜਿਹੀ ਲੜਕੀ ਪਸੰਦ ਕਰ ਲਈ, ਪਰ ਜਦੋਂ ਮੈਂ ਉਸ ਲੜਕੀ ਦੀ ਤਸਵੀਰ ਆਪਣੇ ਬੇਟੇ ਨੂੰ ਦਿਖਾਈ ਤਾਂ ਉਹ ਕਹਿਣ ਲੱਗਿਆ ਕਿ ਮਾਂ ਕੀ ਇਹ ਲੜਕੀ ਗੂੰਗੀ ਹੈ? ਤਾਂ ਮੈਂ ਉਸ ਦੀ ਗੱਲ ਸੁਣ ਕੇ ਹੱਸ ਪਈ ਤੇ ਬੋਲੀ ਕਿ ਨਹੀਂ, ਲੜਕੀ ਤਾਂ ਬਹੁਤ ਪਿਆਰਾ ਬੋਲਦੀ ਹੈ, ਇਸ ਦੀ ਆਵਾਜ਼ ਤਾਂ ਬਿਲਕੁਲ ਕੋਇਲ ਵਰਗੀ ਹੈ। ਮੇਰਾ ਬੇਟਾ ਗੁੱਸੇ 'ਚ ਬੋਲਿਆ ਕਿ ਮਾਂ ਆਪਣਾ ਤੇ ਮੇਰਾ ਸਮਾਂ ਨਾ ਖਰਾਬ ਕਰੋ। ਜਦੋਂ ਮੈਂ ਆਖ ਦਿੱਤਾ ਕਿ ਮੈਂ ਗੂੰਗੀ ਲੜਕੀ ਨਾਲ ਵਿਆਹ ਕਰਨਾ ਹੈ ਤਾਂ ਤੁਸੀਂ ਮੇਰੀ ਗੱਲ ਮੰਨ ਕਿਉਂ ਨਹੀਂ ਜਾਂਦੇ? ਹੁਣ ਮੈਂ ਹੈਰਾਨ ਰਹਿ ਗਈ ਸੀ ਕਿ ਸੱਚਮੁੱਚ ਮੇਰੇ ਬੇਟੇ ਦੀ ਇਹੀ ਮਰਜ਼ੀ ਸੀ। ਮੈਂ ਕਿਹਾ ਕਿ ਰਜਤ ਅਜਿਹੀ ਵੀ ਕੀ ਗੱਲ ਹੋ ਗਈ ਕਿ ਤੈਨੂੰ ਗੂੰਗੀ ਲੜਕੀ ਚਾਹੀਦੀ ਹੈ? ਰਜਤ ਬੋਲਿਆ ਕਿ ਮਾਂ ਮੈਂ ਤਾਂ ਵਿਆਹ ਹੀ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਇੰਨੀ ਜਿੱਦ ਕਰ ਰਹੇ ਹੋ ਤਾਂ ਮੈਂ ਮੰਨ ਗਿਆ ਹਾਂ, ਪਰ ਇਹ ਵੀ ਇੱਕ ਸ਼ਰਤ 'ਤੇ ਕਿ ਮੈਂ ਜਦੋਂ ਵਿਆਹ ਕਰਾਂਗਾ ਤਾਂ ਗੂੰਗੀ ਲੜਕੀ ਨਾਲ ਹੀ ਕਰਾਂਗਾ। ਮੈਂ ਅਜੀਬ ਜਿਹੀ ਪਰੇਸ਼ਾਨੀ 'ਚ ਘਿਰ ਗਈ ਸੀ ਕਿਉਂਕਿ ਮੈਂ ਰਜਤ ਨੂੰ ਬਚਪਨ ਤੋਂ ਜਾਣਦੀ ਸੀ। ਉਹ ਸ਼ੁਰੂ ਤੋਂ ਹੀ ਬਹੁਤ ਗੰਭੀਰ ਸੀ, ਪਰ ਹਰ ਸਮੇਂ ਡੂੰਘੀ ਸੋਚ 'ਚ ਡੁੱਬਿਆ ਰਹਿੰਦਾ। ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਉਸਨੇ ਕਦੇ ਬੇਵਜ੍ਹਾ ਹਾਸਾ ਮਜ਼ਾਕ ਵੀ ਨਹੀਂ ਕੀਤਾ ਸੀ। ਇਸ ਲਈ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਇਹ ਸਭ ਮਜ਼ਾਕ ਨਹੀਂ ਕਰ ਰਿਹਾ ਕਿਉਂਕਿ ਉਸ ਦੀ ਹਰ ਗੱਲ ਪੱਥਰ 'ਤੇ ਲਕੀਰ ਹੁੰਦੀ ਸੀ। ਇੱਕ ਵਾਰ ਮੈਂ ਉਸ ਨੂੰ ਸਮਝਾਉਂਦੇ ਹੋਏ ਕਿਹਾ, ਬੇਟਾ ਜੇਕਰ ਤੂੰ ਅਜੇ ਵਿਆਹ ਨਹੀਂ ਕਰਨਾ ਚਾਹੁੰਦਾ ਤਾਂ ਠੀਕ ਹੈ, ਪਰ ਇਹ ਗੂੰਗੀ ਲੜਕੀ ਕਿਉਂ? ਉਸਨੇ ਕਿਹਾ ਕਿਉਂਕਿ ਮਾਂ ਗੂੰਗੀਆਂ ਲੜਕੀਆਂ ਇਨਸਾਨ ਨਹੀਂ ਹੁੰਦੀਆਂ। ਬੇਟਾ ਅਜਿਹੀ ਗੱਲ ਨਹੀਂ ਹੈ, ਪਰ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਜੇਕਰ ਤੇਰੇ ਲਈ ਗੂੰਗੀ ਲੜਕੀ ਲੱਭੀ ਤਾਂ ਲੋਕ ਸਾਡਾ ਦੋਵਾਂ ਦਾ ਮਜ਼ਾਕ ਬਣਾਉਣਗੇ। ਲੋਕ ਆਖਣਗੇ ਕਿ ਰਜਤ 'ਚ ਪਤਾ ਨਹੀਂ ਅਜਿਹੀ ਕਿਹੜੀ ਕਮੀ ਸੀ ਜੋ ਮੈਂ ਤੇਰੇ ਲਈ ਗੂੰਗੀ ਲੜਕੀ ਲੱਭੀ। ਉਸਨੇ ਕਿਹਾ ਕਿ ਮਾਂ ਮੈਂ ਅੱਜ ਤੱਕ ਕਿਸੇ ਦੀ ਪਰਵਾਹ ਨਹੀਂ ਕੀਤੀ, ਮੈਨੂੰ ਲੋਕਾਂ ਦੀਆਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ। ਮੈਂ ਵਿਆਹ ਕਰਾਂਗਾ ਤਾਂ ਗੂੰਗੀ ਲੜਕੀ ਨਾਲ ਹੀ ਕਰਾਂਗਾ। ਰਜਤ ਦੀ ਜਿੱਦ ਅੱਗੇ ਮੈਂ ਹਾਰ ਮੰਨ ਲਈ ਸੀ, ਪਰ ਸਭ ਤੋਂ ਵੱਡੀ ਪਰੇਸ਼ਾਨੀ ਤਾਂ ਇਹ ਸੀ ਕਿ ਗੂੰਗੀ ਲੜਕੀ ਲੱਭਾਂ ਤਾਂ ਕਿੱਥੋਂ ਲੱਭਾਂ। ਖੈਰ ਰਜਤ ਦੇ ਇਸ ਫੈਸਲੇ ਨੂੰ ਮੈਂ ਮੰਨ ਲਿਆ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਰਜਤ ਦਾ ਘਰ ਛੇਤੀ ਤੋਂ ਛੇਤੀ ਵਸ ਜਾਵੇ ਕਿਉਂਕਿ ਮੇਰਾ ਇੱਕ ਹੀ ਬੇਟਾ ਸੀ ਤੇ ਮੈਂ ਚਾਹੁੰਦੀ ਸੀ ਕਿ ਉਸ ਦਾ ਘਰ ਆਪਣੇ ਜਿਉਂਦੇ ਜੀ ਵਸਦਾ ਦੇਖ ਸਕਾਂ। ਇੱਕ ਵਜ੍ਹਾ ਇਹ ਵੀ ਸੀ ਕਿ ਮੇਰੀ ਉਮਰ ਹੁਣ ਹੌਲੀ ਢਲ ਰਹੀ ਸੀ। ਮੇਰੇ ਤੋਂ ਘਰ ਦੇ ਕੰਮ ਵੀ ਨਹੀਂ ਹੁੰਦੇ ਸਨ। ਜਦੋਂ ਰਜਤ 2 ਸਾਲਾਂ ਦਾ ਸੀ ਤਾਂ ਉਸ ਦਾ ਪਿਤਾ ਇਸ ਦੁਨੀਆ ਤੋਂ ਚਲਾ ਗਿਆ ਸੀ। ਉਸ ਸਮੇਂ ਮੇਰੀ ਉਮਰ ਬਹੁਤ ਘੱਟ ਸੀ। ਮੈਨੂੰ ਲੋਕਾਂ ਨੇ ਸਲਾਹ ਦਿੱਤੀ ਕਿ ਮੈਂ ਦੂਜਾ ਵਿਆਹ ਕਰਕੇ ਆਪਣਾ ਘਰ ਵਸਾ ਲਵਾਂ, ਪਰ ਮੈਂ ਰਜਤ ਕਰਕੇ ਇਹ ਕਦਮ ਨਾ ਉਠਾ ਸਕੀ। ਆਪਣੀ ਔਲਾਦ ਤਾਂ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੈ, ਪਰ ਮੈਨੂੰ ਰਜਤ ਨਾਲ ਇਸ ਕਦਰ ਪਿਆਰ ਸੀ ਕਿ ਮੈਂ ਉਸ ਲਈ ਕੁਝ ਵੀ ਕਰ ਸਕਦੀ ਸੀ। ਮੈਂ ਆਪਣੇ ਘਰ ਦਾ ਮਾਹੌਲ ਇੱਕਦਮ ਦੋਸਤਾਨਾ ਰੱਖਿਆ ਸੀ। ਮੈਂ ਚਾਹੁੰਦੀ ਸੀ ਕਿ ਮੈਂ ਤੇ ਰਜਤ ਇੱਕਦਮ ਦੋਸਤਾਂ ਵਾਂਗ ਰਹੀਏ ਤੇ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰੀਏ, ਪਰ ਮੈਂ ਅਜਿਹਾ ਕਰਨ 'ਚ ਨਾਕਾਮ ਰਹੀ। ਪਤਾ ਨਹੀਂ ਕਿਉਂ ਰਜਤ ਗਵਾਚਿਆ ਜਿਹਾ ਰਹਿੰਦਾ ਸੀ।
ਸ਼ੁਰੂ 'ਚ ਤਾਂ ਮੈਨੂੰ ਲੱਗਿਆ ਕਿ ਬੱਚਾ ਛੋਟਾ ਹੈ ਤੇ ਪਿਤਾ ਦੀ ਕਮੀ ਨੂੰ ਮਹਿਸੂਸ ਕਰਦਾ ਹੋਵੇਗਾ। ਸ਼ਾਇਦ ਜਦੋਂ ਵੱਡਾ ਹੋਵੇਗਾ ਤਾਂ ਠੀਕ ਹੋ ਜਾਵੇਗਾ, ਪਰ ਇਹ ਮੇਰੀ ਗਲਤਫਹਿਮੀ ਸੀ। ਉਹ ਤਾਂ ਵੱਡਾ ਹੋਣ ਤੋਂ ਬਾਅਦ ਹੋਰ ਗੁੰਮਸੁੰਮ ਰਹਿਣ ਲੱਗਿਆ। ਫਿਰ ਮੈਂ ਸੋਚਿਆ ਕਿ ਕਿਸੇ ਅਜਿਹੀ ਲੜਕੀ ਨਾਲ ਵਿਆਹ ਕਰਾਂਗੀ ਜੋ ਬਹੁਤ ਹਸਮੁਖ ਹੋਵੇਗੀ, ਰਜਤ ਨਾਲ ਢੇਰ ਸਾਰੀਆਂ ਗੱਲਾਂ ਕਰੇਗੀ ਤਾਂ ਰਜਤ ਹੌਲੀ ਸੁਧਰ ਜਾਵੇਗਾ। ਪਰ ਮੇਰੇ ਇਸ ਅਰਮਾਨ 'ਤੇ ਵੀ ਰਜਤ ਨੇ ਪਾਣੀ ਫੇਰ ਦਿੱਤਾ। ਹਮੇਸ਼ਾ ਵਾਂਗ ਇਸ ਵਾਰ ਵੀ ਮੈਂ ਰਜਤ ਦੀ ਖੁਆਇਸ਼ ਅੱਗੇ ਹਾਰ ਮੰਨ ਲਈ ਸੀ। ਮੈਂ ਉਸ ਲਈ ਹੁਣ ਗੂੰਗੀ ਲੜਕੀ ਲੱਭਣ ਲੱਗੀ ਸੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਗੂੰਗੀ ਲੜਕੀ ਲੱਭਣਾ ਇੰਨਾ ਔਖਾ ਹੋ ਜਾਵੇਗਾ। ਮੈਂ ਕੁਝ ਲੋਕਾਂ ਨੂੰ ਕਿਹਾ ਕਿ ਮੈਨੂੰ ਰਜਤ ਲਈ ਗੂੰਗੀ ਲੜਕੀ ਚਾਹੀਦੀ ਹੈ, ਪਰ ਪਰੇਸ਼ਾਨੀ ਦੀ ਗੱਲ ਤਾਂ ਇਹ ਸੀ ਕਿ ਕੋਈ ਵੀ ਮੇਰੀ ਗੱਲ ਗੰਭੀਰਤਾ ਨਾਲ ਨਹੀਂ ਲੈਂਦਾ ਸੀ। ਮੈਂ ਜਿਸ ਕਿਸੇ ਨਾਲ ਗੂੰਗੀ ਲੜਕੀ ਦੀ ਗੱਲ ਕਰਦੀ ਤਾਂ ਉਹ ਅੱਗੋਂ ਕਹਿੰਦਾ ਕਿ ਛੱਡੋ ਗੂੰਗੀ ਲੜਕੀ, ਤੁਸੀਂ ਇਹ ਦੇਖੋ ਕਿੰਨੀ ਪਿਆਰੀ ਲੜਕੀ ਹੈ, MA ਪਾਸ ਹੈ ਤੇ ਬਹੁਤ ਸੋਹਣੀ ਵੀ ਹੈ। ਲੜਕੀਆਂ ਦੀਆਂ ਤਸਵੀਰਾਂ ਦੇਖ ਕੇ ਲੋਕ ਤਾਰੀਫ ਕਰਦੇ ਹੋਏ ਨਾ ਥੱਕਦੇ, ਪਰ ਮੈਂ ਹੁਣ ਬਹੁਤ ਪਰੇਸ਼ਾਨ ਹੋ ਚੁੱਕੀ ਸੀ। ਮੇਰੇ ਹੱਥ 'ਚ ਕੁਝ ਵੀ ਨਹੀਂ ਸੀ। ਇੱਕ ਦਿਨ ਮੈਂ ਬਹੁਤ ਮੁਸ਼ਕਲ ਨਾਲ ਘਰ ਦਾ ਕੰਮ ਨਿਬੇੜਿਆ ਤੇ ਥੋੜੀ ਦੇਰ ਲਈ ਮੰਜੇ ਤੇ ਬੈਠ ਗਈ। ਉਸੇ ਵੇਲੇ ਦਰਵਾਜ਼ੇ ਤੇ ਦਸਤਕ ਹੋਈ। ਇੱਕ ਔਰਤ ਆਈ। ਉਸ ਔਰਤ ਨੂੰ ਦੇਖਦੇ ਹੀ ਮੈਂ ਪਹਿਚਾਨ ਗਈ। ਉਹ ਅਕਸਰ ਹੀ ਸਾਡੇ ਘਰ ਆ ਕੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਮੰਗਦੀ ਸੀ। ਉਹ ਬਹੁਤ ਗਰੀਬ ਸੀ। ਮੈਨੂੰ ਲੱਗਿਆ ਕਿ ਸ਼ਾਇਦ ਕੁਝ ਖਾਣ ਪੀਣ ਦੀਆਂ ਚੀਜ਼ਾਂ ਮੰਗਣ ਆਈ ਹੋਵੇਗੀ। ਉਸ ਨੂੰ ਦੇਖ ਕੇ ਮੈਂ ਕਿਹਾ ਕਿ ਠੀਕ ਹੈ, ਮੈਂ ਤੇਰੇ ਲਈ ਕੁਝ ਲਿਆਉਂਦੀ ਹਾਂ। ਉਸਨੇ ਕਿਹਾ ਕਿ ਨਹੀਂ ਦੀਦੀ, ਅੱਜ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨ ਆਈ ਹਾਂ। ਮੈਂ ਕਿਹਾ ਕਿ ਦੱਸੋ ਕੀ ਗੱਲ ਹੈ। ਉਸਨੇ ਕਿਹਾ ਕਿ ਦੀਦੀ, ਇਹ ਗੱਲ ਕਰਨਾ ਠੀਕ ਵੀ ਹੈ ਕਿ ਨਹੀਂ, ਬਸ ਤੁਹਾਡੇ ਬਾਰੇ ਸੁਣਿਆ ਕਿ ਇਸ ਸਮੇਂ ਤੁਸੀਂ ਬਹੁਤ ਪਰੇਸ਼ਾਨ ਹੋ ਤਾਂ ਦੱਸਣ ਆ ਗਈ। ਜੇਕਰ ਮੇਰੀ ਗੱਲ ਤੁਹਾਨੂੰ ਬੁਰੀ ਲੱਗੇ ਤਾਂ ਨਾ ਸਮਝ ਕੇ ਮੈਨੂੰ ਮਾਫ ਕਰ ਦੇਣਾ। ਮੈਂ ਕਿਹਾ ਕਿ ਦੱਸ ਤਾਂ ਸਹੀ, ਗੱਲ ਕੀ ਹੈ, ਇੰਨੀਆਂ ਬੁਝਾਰਤਾਂ ਕਿਉਂ ਪਾ ਰਹੀ ਹੈ, ਜੋ ਵੀ ਕੁਝ ਕਹਿਣਾ ਹੈ ਸਾਫ਼-ਸਾਫ਼ ਕਹੋ। ਉਸਨੇ ਕਿਹਾ ਕਿ ਦੀਦੀ, ਮੇਰੀ ਇੱਕ ਬੇਟੀ ਹੈ ਜੋ ਗੂੰਗੀ ਹੈ ਤੇ ਉਮਰ ਵੀ ਘੱਟ ਹੈ। ਮੈਂ ਸੁਣਿਆ ਹੈ ਤੁਹਾਡੇ ਬੇਟੇ ਨੇ ਸ਼ਰਤ ਰੱਖੀ ਹੈ ਕਿ ਉਹ ਜਦੋਂ ਵਿਆਹ ਕਰੇਗਾ ਤਾਂ ਗੂੰਗੀ ਤੇ ਘੱਟ ਉਮਰ ਦੀ ਲੜਕੀ ਨਾਲ ਹੀ ਕਰੇਗਾ। ਜੇਕਰ ਤੁਸੀਂ ਮੇਰੀ ਬੇਟੀ ਨਾਲ ਆਪਣੇ ਬੇਟੇ ਦਾ ਵਿਆਹ ਕਰਵਾਉਣਾ ਚਾਹੋ ਤਾਂ ਮੈਂ ਖੁਸ਼ੀ ਆਪਣੀ ਬੇਟੀ ਦਾ ਵਿਆਹ ਤੁਹਾਡੇ ਬੇਟੇ ਨਾਲ ਕਰਨ ਨੂੰ ਤਿਆਰ ਹੋ ਜਾਵਾਂਗੀ। ਮੈਂ ਉਸ ਦੀ ਗੱਲ ਸੁਣ ਕੇ ਸੋਚ 'ਚ ਡੁੱਬ ਗਈ ਸੀ। ਮੇਰਾ ਚਿਹਰਾ ਦੇਖ ਕੇ ਉਹ ਹੱਥ ਜੋੜ ਕੇ ਬੋਲੀ ਕਿ ਦੀਦੀ, ਜੇਕਰ ਮੇਰੇ ਤੋਂ ਕੁਝ ਕਹਿਣ 'ਚ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ। ਐਨਾ ਆਖ ਕੇ ਮੇਰਾ ਜਵਾਬ ਸੁਣੇ ਬਿਨਾਂ ਹੀ ਉਹ ਉੱਥੋਂ ਚਲੀ ਗਈ। ਪਰ ਮੈਂ ਸਾਰਾ ਦਿਨ ਮਾਲਤੀ ਨੇ ਜੋ ਕਿਹਾ ਸੀ ਉਸ ਬਾਰੇ ਸੋਚਦੀ ਰਹੀ। ਮੇਰੇ ਤੋਂ ਕੋਈ ਫੈਸਲਾ ਨਹੀਂ ਹੋ ਰਿਹਾ ਸੀ, ਇਸ ਲਈ ਮੈਂ ਸੋਚਿਆ ਕਿ ਸਾਰੀ ਗੱਲ ਰਜਤ ਦੇ ਸਾਹਮਣੇ ਰੱਖ ਦਿਆਂਗੀ। ਉਹ ਜਿਵੇਂ ਆਖੇਗਾ ਉਵੇਂ ਹੀ ਕਰਾਂਗੀ। ਸ਼ਾਮ ਦੇ ਸਮੇਂ ਰਜਤ ਜਦੋਂ ਕੰਮ ਤੋਂ ਘਰ ਆਇਆ ਤਾਂ ਮੈਂ ਕਿਹਾ ਕਿ ਰਜਤ, ਤੇਰੇ ਨਾਲ ਗੱਲ ਕਰਨੀ ਸੀ। ਉਸਨੇ ਕਿਹਾ ਕਿ ਦੱਸੋ ਮਾਂ, ਕੀ ਕਹਿਣਾ ਹੈ। ਮੈਂ ਕਿਹਾ ਕਿ ਤੈਨੂੰ ਗੂੰਗੀ ਤੇ ਘੱਟ ਉਮਰ ਦੀ ਲੜਕੀ ਚਾਹੀਦੀ ਸੀ, ਪਰ ਇਹ ਦੱਸ ਕਿ ਉਹ ਲੜਕੀ ਅਮੀਰ ਹੋਣੀ ਚਾਹੀਦੀ ਹੈ ਜਾਂ ਗਰੀਬ, ਤੇ ਪੜ੍ਹੀ ਲਿਖੀ ਹੋਵੇ ਜਾਂ ਅਨਪੜ੍ਹ। ਮੇਰੀ ਗੱਲ ਸੁਣ ਕੇ ਰਜਤ ਦੇ ਚਿਹਰੇ ਤੇ ਮੁਸਕਰਾਹਟ ਛਾ ਗਈ ਤੇ ਉਹ ਮੁਸਕਰਾ ਕੇ ਬੋਲਿਆ ਕਿ ਮਾਂ, ਮੈਨੂੰ ਸਿਰਫ ਗੂੰਗੀ ਤੇ ਘੱਟ ਉਮਰ ਦੀ ਲੜਕੀ ਚਾਹੀਦੀ ਹੈ, ਬਸ ਮੇਰੀ ਇਹੀ ਡਿਮਾਂਡ ਹੈ। ਮੈਂ ਕਿਹਾ ਕਿ ਰਜਤ, ਉਹ ਜੋ ਮਾਲਤੀ ਹੈ ਨਾ, ਜੋ ਲੋਕਾਂ ਦੇ ਘਰ ਕਦੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਮੰਗਣ ਆ ਜਾਂਦੀ ਹੈ, ਉਹ ਤੇਰੇ ਲਈ ਆਪਣੀ ਬੇਟੀ ਦਾ ਰਿਸ਼ਤਾ ਲੈ ਕੇ ਆਈ ਸੀ, ਕਿਉਂਕਿ ਉਸ ਦੀ ਬੇਟੀ ਗੂੰਗੀ ਹੈ। ਪਰ ਮੈਂ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਚਲੀ ਗਈ। ਅਸਲ 'ਚ ਮੈਂ ਇਹ ਸੋਚ ਕੇ ਪਰੇਸ਼ਾਨ ਹੋ ਗਈ ਸੀ ਕਿ ਮੈਂ ਆਪਣੇ ਇਕਲੌਤੇ ਬੇਟੇ ਲਈ ਇੱਕ ਮੰਗਣ ਵਾਲੀ ਦੀ ਬੇਟੀ ਨੂੰ ਵਿਆਹ ਕੇ ਕਿਵੇਂ ਲਿਆਵਾਂਗੀ। ਪਰ ਫਿਰ ਸੋਚਿਆ ਕਿ ਤੇਰੇ ਨਾਲ ਸਲਾਹ ਕਰ ਲਵਾਂਗੀ। ਜੇਕਰ ਤੈਨੂੰ ਇਤਰਾਜ਼ ਨਹੀਂ ਹੋਵੇਗਾ ਤਾਂ ਮੈਂ ਉਸ ਨੂੰ ਆਪਣੀ ਬਹੂ ਬਣਾ ਲਵਾਂਗੀ। ਮੇਰੀ ਗੱਲ ਸੁਣ ਕੇ ਰਜਤ ਝਟ ਬੋਲਿਆ ਕਿ ਮਾਂ, ਤੁਹਾਨੂੰ ਉਸੇ ਸਮੇਂ ਮਾਲਤੀ ਦੀ ਗੱਲ ਮੰਨ ਲੈਣੀ ਚਾਹੀਦੀ ਸੀ ਤੇ ਉਸ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ। ਮੈਂ ਕਿਹਾ ਕਿ ਰਜਤ, ਤੂੰ ਇਹ ਫੈਸਲਾ ਸੋਚ ਸਮਝ ਕੇ ਕਰ, ਬਾਅਦ 'ਚ ਇਹ ਨਾ ਹੋਵੇ ਕਿ ਤੂੰ ਮੈਨੂੰ ਆਖੇ ਕਿ ਤੁਸੀਂ ਮੇਰੇ ਲਈ ਕਿਹੋ ਜਿਹੀ ਲੜਕੀ ਪਸੰਦ ਕਰ ਲਈ।
ਰਜਤ ਨੇ ਕਿਹਾ ਕਿ ਮਾਂ, ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ, ਬਸ ਮੇਰੀ ਇੱਕ ਹੀ ਸ਼ਰਤ ਹੈ ਕਿ ਲੜਕੀ ਘੱਟ ਉਮਰ ਤੇ ਗੂੰਗੀ ਹੋਣੀ ਚਾਹੀਦੀ ਹੈ। ਹੌਲੀ ਹੌਲੀ ਸਮਾਂ ਬੀਤ ਰਿਹਾ ਸੀ ਤੇ ਮੈਂ ਮਹਿਸੂਸ ਕੀਤਾ ਕਿ ਬੀਤਦੇ ਸਮੇਂ ਦੇ ਨਾਲ ਰਜਤ ਦੀ ਬੇਚੈਨੀ ਵੱਧਦੀ ਜਾ ਰਹੀ ਸੀ। ਉਸਨੇ ਮੈਨੂੰ ਕਿਹਾ ਕਿ ਮੈਂ ਜਲਦ ਤੋਂ ਜਲਦ ਉਸ ਲੜਕੀ ਦੇ ਘਰ ਜਾ ਕੇ ਉਸ ਦਾ ਹੱਥ ਮੰਗ ਲਵਾਂ। ਹੁਣ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਰਜਤ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਪਹਿਲਾਂ ਤਾਂ ਮੇਰਾ ਬੇਟਾ ਵਿਆਹ ਕਰਨ ਨੂੰ ਤਿਆਰ ਹੀ ਨਹੀਂ ਹੋ ਰਿਹਾ ਸੀ ਤੇ ਹੁਣ ਤਿਆਰ ਹੋਇਆ ਤਾਂ ਉਸਨੇ ਇੰਨੀ ਕਾਹਲੀ ਮਚਾ ਦਿੱਤੀ। ਮੈਨੂੰ ਖੁਦ ਸਮਝ ਨਹੀਂ ਆ ਰਿਹਾ ਸੀ ਕਿ ਹੋ ਕੀ ਰਿਹਾ ਹੈ। ਖੈਰ, 1-2 ਦਿਨਾਂ ਬਾਅਦ ਮੈਂ ਤੇ ਰਜਤ ਮਾਲਤੀ ਦੇ ਘਰ ਗਏ ਤਾਂ ਮਾਲਤੀ ਮੈਨੂੰ ਦੇਖ ਕੇ ਖੁਸ਼ ਹੋ ਗਈ ਤੇ ਉਹ ਸਮਝ ਗਈ ਕਿ ਮੈਂ ਉਸ ਦੀ ਬੇਟੀ ਦਾ ਹੱਥ ਮੰਗਣ ਆਈ ਹਾਂ। ਉਸਨੇ ਹੱਥ ਜੋੜਦੇ ਹੋਏ ਸਾਨੂੰ ਇੱਕ ਮੰਜੇ ਤੇ ਬਿਠਾਇਆ ਤੇ ਕੁਝ ਦੇਰ ਬਾਅਦ ਉਹ ਆਪਣੀ ਬੇਟੀ ਸੁਧਾ ਨੂੰ ਲੈ ਕੇ ਆਈ। ਮਾਲਤੀ ਦੀ ਬੇਟੀ ਸੁਧਾ ਇੰਨੀ ਸੋਹਣੀ ਸੀ ਕਿ ਉਸ ਨੂੰ ਦੇਖ ਕੇ ਜੀ ਨਹੀਂ ਭਰਦਾ ਸੀ। ਮਾਲਤੀ ਨੇ ਕਿਹਾ ਕਿ ਦੀਦੀ, ਇਹ ਮੇਰੀ ਬੇਟੀ ਸੁਧਾ ਹੈ। ਮੈਂ ਇਸ਼ਾਰਿਆਂ 'ਚ ਰਜਤ ਵੱਲ ਦੇਖਿਆ ਤਾਂ ਰਜਤ ਨੇ ਵੀ ਇਸ ਵਿਆਹ ਲਈ ਹਾਂ ਕਰ ਦਿੱਤੀ। ਮੈਂ ਉਸੇ ਦਿਨ ਆਪਣੇ ਬੇਟੇ ਦੇ ਫੈਸਲੇ ਅੱਗੇ ਹਾਰ ਮੰਨ ਕੇ ਬਿਨਾਂ ਕੁਝ ਸੋਚੇ ਸਮਝੇ ਰਜਤ ਤੇ ਸੁਧਾ ਦਾ ਵਿਆਹ ਤੈਅ ਕਰ ਦਿੱਤਾ। ਦੀਦੀ, ਮੇਰੀ ਬੇਟੀ ਸੁਧਾ ਪੂਰੀ ਤਰ੍ਹਾਂ ਗੂੰਗੀ ਨਹੀਂ ਹੈ, ਬਸ ਭਗਵਾਨ ਨੇ ਇਸ ਨੂੰ ਆਵਾਜ਼ ਨਹੀਂ ਦਿੱਤੀ, ਪਰ ਇਹ ਸਾਡੀਆਂ ਗੱਲਾਂ ਸੁਣ ਸਕਦੀ ਹੈ, ਬਸ ਬੋਲ ਨਹੀਂ ਸਕਦੀ। ਮਾਲਤੀ ਦੀ ਗੱਲ ਸੁਣ ਕੇ ਮੈਂ ਕਿਹਾ, ਚਲੋ ਚੰਗੀ ਗੱਲ ਹੈ, ਸਾਨੂੰ ਇਸ ਨਾਲ ਇਸ਼ਾਰਿਆਂ 'ਚ ਗੱਲ ਨਹੀਂ ਕਰਨੀ ਪਵੇਗੀ, ਅਸੀਂ ਜੋ ਕੁਝ ਵੀ ਕਹਾਂਗੇ ਸਮਝ ਜਾਵੇਗੀ। ਰਜਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੈਂ ਇਸ ਵਿਆਹ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਮਨਜ਼ੂਰ ਹੈ ਤਾਂ ਅਗਲੇ ਹਫ਼ਤੇ ਅਸੀਂ ਵਿਆਹ ਕਰਨ ਨੂੰ ਤਿਆਰ ਹਾਂ। ਰਜਤ ਦੀ ਇਸ ਗੱਲ 'ਤੇ ਮੈਨੂੰ ਬਹੁਤ ਗੁੱਸਾ ਆਇਆ ਕਿ ਇਸ ਲੜਕੇ ਨੂੰ ਸ਼ਰਮ ਨਾਂ ਦੀ ਕੋਈ ਚੀਜ਼ ਵੀ ਨਹੀਂ ਹੈ। ਸਾਡੇ ਵੱਡਿਆਂ ਅੱਗੇ ਇਹ ਆਪਣਾ ਹੀ ਫੈਸਲਾ ਸੁਣਾਉਣ ਲੱਗਿਆ ਹੈ ਤੇ ਵਿਆਹ ਦੀ ਇੰਨੀ ਵੀ ਕੀ ਕਾਹਲੀ ਹੈ। ਆਖਰ ਇਹ ਇੰਨਾ ਬੇਚੈਨ ਕਿਉਂ ਹੈ? ਪਰ ਹੁਣ ਤੱਕ ਮੈਂ ਆਪਣੇ ਬੇਟੇ ਦੇ ਹਰ ਫੈਸਲੇ 'ਤੇ ਹਾਮੀ ਭਰੀ ਸੀ ਤਾਂ ਇਹ ਫੈਸਲਾ ਵੀ ਮੰਨਣਾ ਹੀ ਸੀ। ਇਸ ਗੱਲ 'ਤੇ ਮੈਂ ਮਾਲਤੀ ਵੱਲ ਦੇਖਿਆ ਤੇ ਉਸ ਨੂੰ ਵੀ ਜਲਦੀ ਵਿਆਹ ਕਰਨ 'ਚ ਕੋਈ ਇਤਰਾਜ਼ ਨਹੀਂ ਸੀ। ਰਿਸ਼ਤਾ ਤੈਅ ਕਰਨ ਤੋਂ ਬਾਅਦ ਮੈਂ ਤੇ ਰਜਤ ਦੋਵੇਂ ਘਰ ਆ ਗਏ। ਹੌਲੀ ਹੌਲੀ ਮੈਂ ਰਜਤ ਦੇ ਵਿਆਹ ਦੀ ਤਿਆਰੀ ਕਰਨ ਲੱਗੀ ਤੇ ਉਹ ਸਮਾਂ ਵੀ ਆ ਗਿਆ ਜਿਸ ਦਿਨ ਰਜਤ ਦਾ ਵਿਆਹ ਸੀ। ਰਜਤ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ ਮੇਰਾ ਵਿਆਹ ਸਾਦਗੀ ਨਾਲ ਹੋਵੇਗਾ, ਇਸ ਲਈ ਅਸੀਂ ਵਿਆਹ 'ਚ ਜ਼ਿਆਦਾ ਤਾਮ-ਝਾਮ ਨਾ ਕੀਤਾ ਤੇ ਰਜਤ ਤੇ ਸੁਧਾ ਦਾ ਵਿਆਹ ਕਰਵਾ ਦਿੱਤਾ ਤੇ ਸੁਧਾ ਦੁਲਹਨ ਬਣ ਕੇ ਸਾਡੇ ਘਰ ਆ ਗਈ। ਸੁਧਾ ਬਹੁਤ ਹੀ ਸੋਹਣੀ ਸੀ। ਉਸ ਦੇ ਸੋਹਣਪਨ ਨੂੰ ਦੇਖ ਕੇ ਮੈਂ ਸੋਚਣ ਲੱਗੀ ਕਿ ਕਾਸ਼ ਇਹ ਗੱਲਾਂ ਕਰਦੀ ਤਾਂ ਕਿੰਨਾ ਚੰਗਾ ਹੁੰਦਾ। ਕੁਝ ਸਮਾਂ ਤੋਂ ਬਾਅਦ ਸ਼ਾਮ ਦੇ ਸਮੇਂ ਮੈਂ ਸੁਧਾ ਨੂੰ ਰਜਤ ਦੇ ਕਮਰੇ ਛੱਡ ਆਈ ਸੀ। ਮੇਰੇ ਦਿਮਾਗ ਤੋਂ ਬਹੁਤ ਵੱਡਾ ਬੋਝ ਉਤਰ ਗਿਆ ਸੀ। ਮੇਰੇ ਬੇਟੇ ਦਾ ਵਿਆਹ ਹੋ ਚੁੱਕਾ ਸੀ। ਹੁਣ ਮੈਂ ਆਪਣੇ ਆਪ 'ਚ ਬਹੁਤ ਸਕੂਨ ਮਹਿਸੂਸ ਕਰ ਰਹੀ ਸੀ। ਹੁਣ ਮੈਨੂੰ ਮੌਤ ਵੀ ਆ ਜਾਵੇ ਤਾਂ ਮੈਨੂੰ ਜ਼ਿਆਦਾ ਪਰੇਸ਼ਾਨੀ ਨਾ ਹੁੰਦੀ। ਦੂਜੇ ਦਿਨ ਸਵੇਰੇ ਉੱਠ ਕੇ ਆਪਣੀ ਬਹੂ ਤੇ ਬੇਟੇ ਲਈ ਨਾਸ਼ਤਾ ਬਣਾਇਆ ਤੇ ਉਹਨਾਂ ਦੇ ਕਮਰੇ 'ਚ ਦੇ ਆਈ। ਰਜਤ ਬਹੁਤ ਖੁਸ਼ ਲੱਗ ਰਿਹਾ ਸੀ, ਜਦੋਂ ਕਿ ਮੇਰੀ ਬਹੂ ਬਹੁਤ ਸ਼ਰਮਾਈ ਜੀ ਨਜ਼ਰ ਆ ਰਹੀ ਸੀ। ਖੈਰ, ਮੈਂ ਉਹਨਾਂ ਦੋਵਾਂ ਨੂੰ ਨਾਸ਼ਤਾ ਦੇਣ ਤੋਂ ਬਾਅਦ ਕਮਰੇ 'ਚੋਂ ਬਾਹਰ ਆ ਗਈ ਸੀ। ਥੋੜੀ ਦੇਰ ਬਾਅਦ ਰਜਤ ਕਮਰੇ 'ਚੋਂ ਬਾਹਰ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੇਰੀ ਪਤਨੀ ਤੈਨੂੰ ਕਿਹੋ ਜਿਹੀ ਲੱਗੀ? ਤਾਂ ਉਸਨੇ ਮੁਸਕਰਾ ਕੇ ਕਿਹਾ ਕਿ ਮਾਂ, ਮੈਨੂੰ ਜਿਹੋ ਜਿਹੀ ਲੜਕੀ ਚਾਹੀਦੀ ਸੀ ਸੁਧਾ ਬਿਲਕੁਲ ਉਹ ਜਿਹੀ ਹੀ ਹੈ, ਬਸ ਅਜੇ ਥੋੜੀ ਨਾ ਸਮਝ ਹੈ, ਹੌਲੀ ਹੌਲੀ ਸਮਝ ਜਾਵੇਗੀ। ਰਜਤ ਦੀਆਂ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ। ਮੇਰਾ ਬੇਟਾ ਖੁਸ਼ ਸੀ। ਸਮਝੋ, ਮੈਨੂੰ ਦੁਨੀਆ 'ਚ ਜੰਨਤ ਮਿਲ ਗਈ। ਥੋੜੀ ਦੇਰ ਬਾਅਦ ਰਜਤ ਘਰੋਂ ਬਾਹਰ ਗਿਆ ਤਾਂ ਸੁਧਾ ਮੇਰੇ ਕੋਲ ਆਈ ਤੇ ਇਸ਼ਾਰਿਆਂ ਨਾਲ ਕਹਿਣ ਲੱਗੀ ਕਿ ਇਹ ਭਾਂਡੇ ਮਾਂਜ ਦਿਆਂਗੀ। ਮੈਂ ਕਿਹਾ ਕਿ ਨਹੀਂ, ਅਜੇ ਤੋਂ ਕੁਝ ਦਿਨਾਂ ਤੱਕ ਆਰਾਮ ਕਰਨਾ ਹੈ, ਉਸ ਤੋਂ ਬਾਅਦ ਤੂੰ ਰਸੋਈ 'ਚ ਮਿੱਠਾ ਬਣਾਵੇਂਗੀ, ਉਸ ਤੋਂ ਬਾਅਦ ਕੰਮ ਕਰਦੀ ਰਹੀਂ। ਪਹਿਲਾਂ ਮੈਨੂੰ ਇਹ ਦੱਸ ਕਿ ਤੈਨੂੰ ਖੀਰ ਬਣਾਉਣੀ ਆਉਂਦੀ ਹੈ ਕਿ ਨਹੀਂ, ਕਿਉਂਕਿ ਤੇਰੇ ਪਤੀ ਨੂੰ ਖੀਰ ਬਹੁਤ ਪਸੰਦ ਹੈ। ਉਸਨੇ ਉਦਾਸੀ ਨਾਲ ਨਾਚ ਸਿਰ ਹਿਲਾ ਦਿੱਤਾ ਤਾਂ ਮੈਂ ਕਿਹਾ ਕਿ ਕੋਈ ਗੱਲ ਨਹੀਂ, ਮੈਂ ਸਿਖਾ ਦਿਆਂਗੀ। ਦਿਨ ਤਾਂ ਚੰਗੀ ਤਰ੍ਹਾਂ ਲੰਘ ਗਿਆ, ਪਰ ਜਿਉਂ ਹੀ ਰਾਤ ਹੋਈ ਤਾਂ ਮੇਰਾ ਬੇਟਾ ਆਖਣ ਲੱਗਿਆ ਕਿ ਮਾਂ, ਅੱਜ ਮੈਂ ਤੇ ਸੁਧਾ ਛੱਤ 'ਤੇ ਪਵਾਂਗੇ।
ਕੱਲ੍ਹ ਵੀ ਸਾਰੀ ਰਾਤ ਬਹੁਤ ਗਰਮੀ ਲੱਗਦੀ ਰਹੀ। ਮੈਂ ਰਜਤ ਦੀ ਗੱਲ ਸੁਣ ਕੇ ਹੈਰਾਨ ਸੀ, ਕਿਉਂਕਿ ਹੌਲੀ-ਹੌਲੀ ਤਾਂ ਸਿਆਲ ਆਉਣ ਵਾਲੇ ਸਨ, ਤਾਂ ਕਮਰੇ 'ਚ ਇੰਨੀ ਗਰਮੀ ਕਿਵੇਂ? ਖੈਰ ਮੈਂ ਇਸ ਗੱਲ ਦਾ ਕੋਈ ਵਿਰੋਧ ਨਾ ਕੀਤਾ। ਮੈਨੂੰ ਲੱਗਿਆ ਕਿ ਸ਼ਾਇਦ ਇਹਨਾਂ ਦੋਵਾਂ ਨੂੰ ਪ੍ਰਾਈਵੇਸੀ ਚਾਹੀਦੀ ਹੋਵੇਗੀ, ਤਦ ਹੀ ਦੋਵੇਂ ਛੱਤ 'ਤੇ ਜਾਣ ਦੀ ਗੱਲ ਕਰ ਰਹੇ ਹਨ। ਉਹ ਦੋਵੇਂ ਪਤੀ ਪਤਨੀ ਛੱਤ 'ਤੇ ਸੌਣ ਚਲੇ ਗਏ ਤਾਂ ਮੈਂ ਆਪਣੇ ਕਮਰੇ 'ਚ ਆ ਗਈ। ਸਵੇਰੇ ਜਦੋਂ ਸੁਧਾ ਹੇਠਾਂ ਆਈ ਤਾਂ ਉਹ ਬਹੁਤ ਜ਼ਿਆਦਾ ਥੱਕੀ ਹੋਈ ਲੱਗ ਰਹੀ ਸੀ। ਕੱਲ੍ਹ ਤਾਂ ਉਹ ਇਸ ਸਮੇਂ ਬਹੁਤ ਖੁਸ਼ ਨਜ਼ਰ ਆ ਰਹੀ ਸੀ, ਪਰ ਅੱਜ ਕੀ ਹੋਇਆ? ਮੈਂ ਸੁਧਾ ਦਾ ਹੱਥ ਫੜਦੇ ਹੋਏ ਕਿਹਾ, ਬੇਟਾ ਕੀ ਗੱਲ ਹੈ? ਤੂੰ ਮੈਨੂੰ ਕੁਝ ਬੁਝੀ ਜੀ ਲੱਗ ਰਹੀ ਹੈ। ਕਿ ਉੱਪਰ ਠੰਡ ਲੱਗ ਰਹੀ ਸੀ? ਸੁਧਾ ਮੈਨੂੰ ਇਸ਼ਾਰੇ ਨਾਲ ਕੁਝ ਦੱਸਣ ਲੱਗੀ। ਅਜੇ ਮੈਂ ਕੁਝ ਸਮਝ ਨਹੀਂ ਸਕੀ ਸੀ ਕਿ ਉਦੋਂ ਹੀ ਉੱਥੇ ਰਜਤ ਆ ਗਿਆ ਤੇ ਉਸ ਨੂੰ ਝਿੜਕ ਕੇ ਕਮਰੇ 'ਚ ਜਾਣ ਨੂੰ ਕਿਹਾ। ਦੋਸਤੋ, ਜੇਕਰ ਤੁਸੀਂ ਇਸ ਕਹਾਣੀ ਦਾ ਬਾਕੀ ਹਿੱਸਾ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ 'ਤੇ ਜੁੜੇ ਰਹੋ ਤੇ ਦੇਖਦੇ ਹਾਂ ਇਸ ਕਹਾਣੀ ਦਾ ਅਗਲਾ ਹਿੱਸਾ ਕੱਲ੍ਹ ਨੂੰ। ਧੰਨਵਾਦ।